ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਵਿੱਚ ਉੱਠੇ ਬਗਾਵਤੀ ਸੁਰਾਂ ਬਾਰੇ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਜੀ, ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੁਝ ਬਗਾਵਤੀ ਸੁਰ ਜਿਹੜੇ ਨੇ ਉੱਠਣੇ ਸ਼ੁਰੂ ਹੋ ਗਏ ਸੀ। ਅੰਦਰੂਨੀ ਜਿਹੜੀ ਖਾਨਾ ਜੰਗੀ ਸ਼ੁਰੂ ਹੋ ਗਈ ਸੀ ਪਾਰਟੀ 'ਚ, ਉਹ ਇੱਕ ਵਾਰ ਫਿਰ ਜਿਹੜੀ ਅੱਜ ਸਭ ਦੇ ਸਾਹਮਣੇ ਉੱਭਰ ਕੇ ਸਾਹਮਣੇ ਆਈ ਹੈ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਵੱਲੋਂ ਪਾਰਟੀ ਦੇ ਫੈਸਲੇ ਦੇ ਨਾਲ ਜਿਹੜਾ ਹੈਗਾ ਵੋਟ ਪਾਉਣ ਤੋਂ ਇਨਕਾਰ ਕਰ ਦਿੱਤਾ। ਅੱਜ ਮਨਪ੍ਰੀਤ ਅਯਾਲੀ ਨੇ ਜਿਹੜਾ ਹੈਗਾ ਪਾਰਟੀ ਦੇ ਫੈਸਲੇ ਅਨੁਸਾਰ ਵੋਟ ਨਹੀਂ ਪਾਈ। ਉਹਨਾਂ ਨੇ ਜਵਾਬ ਦੇ ਦਿੱਤਾ ਵੀ ਕਿ ਮੈਂ ਵੋਟ ਨਹੀਂ ਪਾਵਾਂਗਾ। ਇਹ ਪੂਰਾ ਮਾਮਲਾ ਕੀ ਹੈ ਤੇ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਅਸਲ 'ਚ ਅੱਜ ਰਾਸ਼ਟਰਪਤੀ ਦੀ ਚੋਣ ਲਈ ਵੋਟਾਂ ਪੈ ਰਹੀਆਂ ਨੇ। ਅਕਾਲੀ ਦਲ ਨੇ ਫੈਸਲਾ ਕੀਤਾ ਸੀ ਕਿ ਅਸੀਂ ਜਿਹੜੀ NDA ਖਾਸ ਤੌਰ 'ਤੇ ਭਾਜਪਾ ਦੀ ਅਗਵਾਈ ਵਾਲੀ ਜਿਹੜੀ ਗੱਠਜੋੜ ਹੈ, ਉਹਦੀ ਉਮੀਦਵਾਰ ਹੈ ਜਿਹੜੀ ਉਹਨੂੰ ਦ੍ਰੋਪਦੀ ਮੁਰਮੂ, ਉਹਨਾਂ ਨੂੰ ਵੋਟ ਪਾਵਾਂਗੇ। ਉਹਦੇ ਪਿੱਛੇ ਉਹਨਾਂ ਨੇ ਦਲੀਲ ਇਹ ਦਿੱਤੀ ਸੀ ਕਿ ਕਿਉਂਕਿ ਕਾਂਗਰਸ ਨਾਲ ਅਸੀਂ ਜਾ ਨਹੀਂ ਸਕਦੇ। ਕਾਂਗਰਸ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਦਿੱਲੀ ਦੇ ਵਿੱਚ ਜੋ ਕੀਤਾ, ਬਾਕੀ ਸਾਰੀਆਂ ਦਲੀਲਾਂ ਦੇ ਕੇ ਕਿ ਅਸੀਂ ਨਹੀਂ, ਸਾਡੇ ਕੋਲ ਇਹ ਆਪਸ਼ਨ ਹੈ ਕਿ ਇੱਕ ਕਬੈਲੀ ਖੇਤਰ ਦੇ ਵਿੱਚੋਂ ਵੀ ਅਜੇ ਇਹ ਦਲੀਲ ਦੇ ਤਹਿਤ ਕੀਤਾ। ਔਰ ਮਨਪ੍ਰੀਤ ਯਾਲੀ ਨੇ ਜੋ ਸਟੈਂਡ ਲਿਆ ਵੋਟ ਪਾਉਣ ਤੋਂ ਪਹਿਲਾਂ, ਜੋ ਦੱਸਿਆ ਕਿ ਮੈਂ ਕਿਉਂ ਨਹੀਂ ਪਾ ਰਿਹਾ ਵੋਟ, ਉਹ ਇੱਕ ਕਲਿੱਪ ਜਾਰੀ ਕੀਤੀ ਹੈ ਅਤੇ ਉਹਨੇ ਉਹ ਸਾਰੇ ਸਵਾਲ ਡਿਸਕਸ ਕੀਤੇ ਨੇ। ਉਹਨੇ ਕਾਂਗਰਸ ਵਾਲਾ ਪਾਸਾ ਵੀ ਡਿਸਕਸ ਕੀਤਾ ਕਿ ਹਾਂ ਅਕਾਲੀ ਦਲ ਕਾਂਗਰਸ ਨਾਲ ਨਹੀਂ ਜਾ ਸਕਦਾ, ਪਰ ਨਾਲ ਦੀ ਨਾਲ ਜਿਹੜਾ ਇੱਕ ਪਾਸਾ ਅਕਾਲੀ ਦਲ ਨੇ ਛੱਡਤਾ ਸੀ, ਉਹਨੇ BJP ਵਾਲੀ ਗੱਲ ਸਾਂਝੀ ਕੀਤੀ ਹੈ ਕਿ ਸਾਡਾ ਇੰਨਾ ਲੰਮੇ ਸਮੇਂ ਤੋਂ BJP ਦੇ ਨਾਲ ਤਾਲਮੇਲ ਹੈ, ਕਿਉਂ ਪੰਥ ਦੇ ਅਤੇ ਪੰਜਾਬ ਦੇ ਮੁੱਦੇ ਹੱਲ ਨਹੀਂ ਹੋਏ, ਉਹਦੇ 'ਚ BJP ਦੀ ਭੂਮਿਕਾ ਕੀ ਹੈ, ਸਾਡੀ ਲੀਡਰਸ਼ਿਪ ਦੀ ਕਮਜ਼ੋਰੀ ਕਿੰਨੀ ਹੈ। ਇਹ ਜੋ ਮਰਜ਼ੀ ਦੋਨੇ ਗੱਲਾਂ ਹੋਣਗੀਆਂ, ਪਰ ਉਹਨਾਂ 'ਚੋਂ ਕੋਈ ਮਾਮਲਾ ਨਹੀਂ ਉਸ ਲੈਵਲ 'ਤੇ ਹੱਲ ਹੋਇਆ। ਦੂਜੀ ਗੱਲ ਇਹ ਸੀ ਕਿ ਅਸੀਂ ਕੋਈ ਸ਼ਰਤ ਨਹੀਂ ਰੱਖੀ, ਬਿਨਾਂ ਸ਼ਰਤ ਅਸੀਂ ਹਮਾਇਤ ਦਿੰਦੇ ਰਹੇ ਹਾਂ, ਅਤੇ ਸਾਨੂੰ ਸ਼ਰਤ ਘੱਟੋ ਘੱਟ ਉਮੀਦਵਾਰਾਂ ਦੇ ਸਾਹਮਣੇ ਰੱਖਣੀ ਜ਼ਰੂਰੀ ਸੀ ਕਿ ਅਸੀਂ ਆਹ ਸਾਡੇ ਬੁਨਿਆਦੀ ਜਿਹੜੇ ਮੁੱਦੇ ਨੇ, ਚਾਹੇ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਹੋਵੇ, ਚਾਹੇ ਉਹ ਚੰਡੀਗੜ੍ਹ ਦਾ ਮਾਮਲਾ ਹੋਵੇ, ਮੁਲਾਜ਼ਮਾਂ ਦਾ ਸਰਵਿਸ ਰੂਲ ਦਾ 500 ਜਿਹੜਾ ਸਾਡਾ BBMB ਦੇ ਵਿੱਚ ਸਾਡਾ ਜਿਹੜਾ ਪਰਮਾਨੈਂਟ ਮੈਂਬਰ ਸੀ ਇਲੈਕਟ੍ਰੀਸਿਟੀ ਦਾ, ਉਹ ਹਟਾਉਣ ਦੀ ਗੱਲ ਹੋਵੇ, ਜਾਂ ਪੰਜਾਬ ਯੂਨੀਵਰਸਿਟੀ ਦਾ ਮਾਮਲਾ ਹੋਵੇ, ਚੰਡੀਗੜ੍ਹ ਦੇ ਵਿੱਚ ਹਰਿਆਣੇ ਨੂੰ ਆਪਣੀ ਵਿਧਾਨ ਸਭਾ ਬਣਾਉਣ ਦਾ ਸਵਾਲ ਹੋਵੇ, BSF 50 ਕਿਲੋਮੀਟਰ, ਜਿੰਨੀਆਂ ਵੀ ਚੀਜ਼ਾਂ, ਚਾਹੇ ਪਾਣੀ ਦਾ ਮਾਮਲਾ, ਉਹ ਸਾਰੇ ਮੁੱਦੇ ਸਾਨੂੰ ਘੱਟੋ ਘੱਟ ਰੱਖਣੇ ਚਾਹੀਦੇ ਸੀ। ਸਾਡੇ ਇਹ ਬੁਨਿਆਦੀ ਮੁੱਦੇ ਨੇ। ਅਤੇ ਜੇ BJP ਨੇ ਵੀ ਸਾਡੇ ਨਾਲ ਕੁਝ ਨਹੀਂ ਕੀਤਾ, ਖਾਸ ਤੌਰ 'ਤੇ ਕਿਸਾਨ ਅੰਦੋਲਨ ਦੌਰਾਨ ਜਿੰਨਾ BJP ਨੇ ਇਹ ਗੱਲ ਕੀਤੀ ਹੈ ਕਿ ਉਹ ਖਿਲਾਫ ਰਹੀ ਹੈ ਕਿਸਾਨਾਂ ਦੇ, ਪੰਜਾਬ ਦੇ, ਤਾਂ ਅਸੀਂ BJP ਨੂੰ ਵੀ ਵੋਟ ਸਾਨੂੰ ਨਹੀਂ ਸੀ ਪਾਉਣੀ ਚਾਹੀਦੀ। ਪਾਰਟੀ ਦੇ ਫੈਸਲੇ ਨਾਲ ਮੈਂ ਸਹਿਮਤ ਨਹੀਂ ਹਾਂ, ਇਸੇ ਕਰਕੇ ਮੈਂ ਬਾਈਕਾਟ ਕਰ ਰਿਹਾ ਕਿ ਮੈਂ ਨਹੀਂ ਵੋਟ ਉਸ ਲੈਵਲ 'ਤੇ ਪਾਊਂਗਾ। ਇੱਕ ਗੱਲ ਉਹਨਾਂ ਨੇ ਇਹ ਕਹੀ ਕਿ ਸਾਡੇ ਨਾਲ ਤਾਂ ਕੋਈ ਸਲਾਹ ਵੀ ਨਹੀਂ ਕੀਤੀ ਗਈ, ਨਾ ਮੇਰੇ ਤੋਂ ਪੁੱਛਿਆ ਗਿਆ ਅਤੇ ਨਾ, ਹਾਲਾਂਕਿ ਅਯਾਲੀ ਜਿਹੜਾ ਉਹ ਜਿਹੜੇ ਅਕਾਲੀ ਦਲ ਦੇ 3 ਮੈਂਬਰ ਨੇ ਪੰਜਾਬ ਦੀ ਵਿਧਾਨ ਸਭਾ 'ਚ, ਉਹਨਾਂ ਦੇ ਵਿਧਾਇਕ ਦਲ ਦਾ ਆਗੂ ਹੈ ਜੀ, 3 ਦਾ ਮੁਖੀ ਹੈ। ਅਤੇ ਇਹ ਵੀ ਹੈ ਕਿ ਅਯਾਲੀ ਹਮੇਸ਼ਾ ਪੰਜਾਬ ਦੇ ਜਿਹੜੇ ਅਕਾਲੀ ਦਲ ਦਾ ਪਿਛਲਾ ਦੌਰ ਚੱਲਿਆ, ਜਦੋਂ ਗਿਰਾਵਟ ਦਾ, ਉਦੋਂ ਉਹਦੇ ਸਨਮਾਨ ਜਿਹੜਾ ਜਿੱਤ ਕੇ ਦਿੱਤਾ ਜਿਹੜਾ ਅਕਾਲੀ ਦਲ ਨੂੰ, ਉਹ ਵੀ ਉਹਦੇ ਖਾਤੇ ਜਾਂਦਾ ਇੱਕ ਟਾਈਪ ਦਾ। ਫੂਲਕਾ ਸਾਹਿਬ ਤੋਂ ਬਾਅਦ ਉਹ ਜਿਮਨੀ ਚੋਣ ਵੀ ਜਿੱਤਿਆ ਕੈਪਟਨ ਦੀ ਸਰਕਾਰ ਵੇਲੇ, ਉਦੋਂ ਬਾਅਦ ਹੁਣ 3 ਜਿੱਤੇ ਨੇ, 3 'ਚ ਇੱਕ ਵਾਲੀ ਹੈ, ਮਤਲਬ ਇਸ ਰੂਪ ਦੇ ਵਿੱਚ ਵੀ ਉਹਨੇ ਉਹ ਗੱਲ ਕੀਤੀ ਹੈ। ਅਤੇ ਇੱਕ ਗੱਲ ਉਹਨੇ ਇਹ ਕੀਤੀ ਹੈ ਕਿ 13 ਮੈਂਬਰੀ ਜਿਹੜੀ ਸਾਡੀ ਕਮੇਟੀ ਬਣੀ ਸੀ ਵਿਧਾਨ ਸਭਾ ਚੋਣਾਂ 'ਚ ਹਾਰ ਦੀ ਸਮੀਖਿਆ ਦੇ ਵਾਸਤੇ, ਉਹ ਕਮੇਟੀ 'ਤੇ ਵੀ ਗੌਰ ਨਹੀਂ ਕੀਤਾ ਗਿਆ ਅਤੇ ਕੋਈ ਗੱਲਬਾਤ ਉਸ ਪੱਧਰ ਦੇ ਉੱਤੇ ਨਹੀਂ ਹੋਈ ਕਿਸੇ ਵੀ ਟਾਈਪ ਦੀ। ਔਰ ਜੇਕਰ ਅੱਗੇ ਅਕਾਲੀ ਦਲ ਨੂੰ ਜਿਹੜਾ ਮਜ਼ਬੂਤ ਕਰਨ ਦਾ ਸਵਾਲ ਹੈ, ਅਸੀਂ ਹੁਣੇ BJP ਦੇ ਨੇੜੇ ਸਾਰੇ ਮੁੱਦਿਆਂ ਨੂੰ ਛੱਡ ਕੇ ਹੋਣ ਲੱਗ ਗਿਆ, ਇਹਦਾ ਕੋਈ ਫਾਇਦਾ ਨਹੀਂ ਹੋਣਾ। ਅਕਾਲੀ ਦਲ ਨੂੰ ਮਜ਼ਬੂਤ ਕਰਨਾ ਤਾਂ ਪੰਥ ਅਤੇ ਪੰਜਾਬ ਦੇ ਨਾਲ ਜੁੜਿਆ ਕੋਈ ਏਜੰਡਾ ਚਾਹੀਦਾ। ਉਸ ਏਜੰਡੇ 'ਤੇ ਅਕਾਲੀ ਦਲ ਲੜਦਾ ਰਿਹਾ, ਔਰ ਉਹਦੇ ਲਈ ਲੜਾਈ ਦੇ ਪੱਖ ਤੋਂ ਹੀ ਸਾਨੂੰ ਚੀਜ਼ਾਂ ਦੇਖਣੀਆਂ ਪੈਣਗੀਆਂ, ਕੇਵਲ ਸੱਤਾ ਦੇ ਪੱਖ ਤੋਂ ਨਹੀਂ। ਸੱਤਾ ਦੀ ਬਜਾਏ ਸਾਨੂੰ ਬਹੁਤ ਵਾਰ ਸਾਡੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਜ਼ਿਆਦਾ ਕਰਨੀ ਚਾਹੀਦੀ ਹੈ। ਔਰ ਇਸ ਸਾਰੀ ਗੱਲ ਨੂੰ ਧਿਆਨ ਦੇ ਵਿੱਚ ਰੱਖ ਕੇ ਉਹਨੇ ਆਪਣਾ ਇੱਕ ਫੈਸਲਾ ਇਹ ਸੁਣਾਤਾ ਕਿ ਪਾਰਟੀ ਨਾਲ ਮੈਂ ਇਹਨਾਂ ਗੱਲਾਂ ਕਰਕੇ ਨਹੀਂ ਹਾਂ ਸਹਿਮਤ, ਔਰ ਪਾਰਟੀ ਕੀ ਰੁਖ ਲੈਂਦੀ ਹੈ ਭਵਿੱਖ ਦੇ ਵਿੱਚ ਇਹ ਹੁਣ ਬਾਅਦ ਦੀ ਗੱਲ ਹੈ, ਪਰ ਉਹਨੇ ਇੱਕ ਆਪਣੇ ਵੱਲੋਂ ਇੱਕ ਮਤਲਬ ਰਿਜੈਂਟਮੈਂਟ, ਰੋਸ ਜਾਂ ਉਹਦੇ ਨਾਲੋਂ ਅਲਹਿਦਗੀ ਜਿਹੜੀ ਹੈ ਉਹ ਸਾਬਤ ਕਰਤੀ ਹੈ ਜੀ।
ਹਮੀਰ ਜੀ, ਜਿਵੇਂ ਅਯਾਲੀ ਨੇ ਅੱਜ ਆਪਣਾ ਰੋਸ ਜ਼ਾਹਰ ਕੀਤਾ ਪਾਰਟੀ ਪ੍ਰਤੀ, ਕੀ ਇਹ ਰੋਸ ਅੱਜ ਹੀ ਖਤਮ ਹੋ ਜਾਏਗਾ ਕਿ ਆਉਣ ਵਾਲੇ ਦਿਨਾਂ 'ਚ ਇਹ ਪਾਰਟੀ ਦੀ ਹਾਈ ਕਮਾਂਡ ਕਹਿ ਦੀ ਹੈ, ਲੀਡਰਸ਼ਿਪ ਉਹਨਾਂ ਦੇ ਖਿਲਾਫ ਹੋਰ ਵੱਧ ਕੇ ਸਾਹਮਣੇ ਆਏਗਾ? ਇਸ ਦੇ ਨਾਲ ਹੀ ਦੂਜਾ ਵੱਡਾ ਸਵਾਲ ਇਹ ਖੜਾ ਹੁੰਦਾ ਵੀ ਕਿ ਅਯਾਲੀ ਨੇ ਅੱਜ ਪਾਰਟੀ ਦੇ ਫੈਸਲੇ ਦੇ ਵਿਰੁੱਧ ਜਿਹੜਾ ਹੈਗਾ ਇੰਨਾ ਵੱਡਾ ਇੱਕ ਆਪਣੀ ਸਟੇਟਮੈਂਟ ਦਿੱਤੀ, ਆਪਣਾ ਇੱਕ ਵੱਖਰਾ ਸਟੈਂਡ ਰੱਖਿਆ। ਹੁਣ ਪਾਰਟੀ ਦਾ ਕੀ ਮਤਲਬ, ਹੁਣ ਇਹਨਾਂ ਦੇ ਖਿਲਾਫ ਫੈਸਲਾ ਹੋ ਸਕਦਾ? ਦੇਖੋ, ਇੱਕ ਗੱਲ ਹੈ ਇਹਦੇ 'ਚ ਕਿ ਜਿਹੜਾ ਅਯਾਲੀ ਕੋਈ ਵਿਪਤਾ ਜਾਰੀ ਨਹੀਂ ਸੀ ਕੀਤਾ। ਵਿਪਤਾ ਜੇ ਵਿਧਾਨ ਸਭਾ 'ਚ ਜਾਰੀ ਕਰਨਾ ਹੁੰਦਾ ਤਾਂ ਗਰੁੱਪ ਲੀਡਰ ਨਹੀਂ ਕਰਨਾ ਹੁੰਦਾ। ਅਯਾਲੀ ਆਪ ਗਰੁੱਪ ਲੀਡਰ ਹੈ ਉਹਨਾਂ ਦਾ, ਹੈ ਨਾ। ਉਹਨੇ ਤਾਂ ਕੀਤਾ ਨਹੀਂ, ਨਾ ਪ੍ਰਧਾਨ ਨੇ ਕੀਤਾ। ਟੈਕਨੀਕਲੀ ਤਾਂ ਤਕਨੀਕੀ ਤੌਰ 'ਤੇ ਤਾਂ ਉਹਦੀ ਵਿਧਾਨ ਸਭਾ 'ਚ ਮੈਂਬਰੀ ਜਾਂ ਕੁਛ ਇਹਨੂੰ ਕੁਝ ਨਹੀਂ ਹੋਣਾ, ਜੇਕਰ ਮਤਲਬ ਤਕਨੀਕੀ ਤੌਰ 'ਤੇ ਗੱਲ ਕਰਦੇ ਹਾਂ। ਹਾਂ, ਜਥੇਬੰਦਕ ਤੌਰ 'ਤੇ ਪਾਰਟੀ ਕੋਈ ਨੋਟਿਸ ਲੈ ਸਕਦੀ ਹੈ ਜੇਕਰ ਚਾਹੇ ਤਾਂ। ਉਹ ਕਹਿ ਰਹੇ ਕਿ ਸਾਡੀ ਕੋਰ ਕਮੇਟੀ ਦਾ ਫੈਸਲਾ ਸੀ, ਤੋਂ ਉਲੰਘਣਾ ਕੀਤਾ ਪਾਰਟੀ ਦੇ ਵਿੱਚ, ਪਾਰਟੀ ਮੈਂਬਰਸ਼ਿਪ ਨਾਲ, ਪਾਰਟੀ ਦੇ ਕਿਸੇ ਅਹੁਦੇ ਤੋਂ, ਪਾਰਟੀ ਦੇ ਕਿਸੇ ਹੋਰ ਸੁਵਿਧਾ ਤੋਂ ਉਹਨੂੰ ਦੂਰ ਕੀਤਾ ਜਾ ਸਕਦਾ ਜੇਕਰ ਐਕਸ਼ਨ ਲੈਣਾ ਹੋਵੇ। ਪਰ ਦੂਜਾ ਸਵਾਲ ਇਹ ਵੀ ਹੈ ਕਿ ਐਕਸ਼ਨ ਲੈ ਕੇ ਕਿਤੇ ਕੰਮ ਗੜਬੜੀ ਨਾ, ਕਿਤੇ ਕੋਈ ਰਾਏ ਮਸ਼ਵਰਾ ਇਹੋ ਜਿਹਾ ਹੋਇਆ ਹੋਵੇ। 3 MLA ਨੇ, ਤਿੰਨਾਂ 'ਚੋਂ 2 ਇੱਕ ਪਾਸੇ ਹੋ ਗਏ, 2/3 ਪਾਰਟੀ ਟੁੱਟ ਗਈ, ਨਵੀਂ ਪਾਰਟੀ ਬਣ ਗਈ, ਉਹ ਸਿੰਬਲ ਦਾ ਰੌਲਾ ਪੈ ਜੇ। ਹੋ ਸਕਦਾ ਗੁਰਨੀਤ ਕੌਰ ਤਾਂ ਨਾ ਆਵੇ ਤੇ ਦੂਜੇ ਡਾਕਟਰ ਸੁੱਖੀ ਸੁਖਵਿੰਦਰ, ਉਹਦਾ ਤਾਂ ਨਹੀਂ ਅਜੇ ਪਤਾ ਕੀ ਹੈ, ਪਰ ਹੋ ਜਾਊਗਾ ਕਿੱਧਰ। ਮਤਲਬ ਇਹ ਚਾਂਸ ਵੀ ਕਈ ਵਾਰ ਹੁੰਦੇ ਨੇ ਕਿ ਤੁਸੀਂ ਉਦੋਂ ਉਲਟ ਸ਼ਿਵ ਸੈਨਾ ਟਾਈਪ ਕੰਮ ਕਰ ਲਓ ਅਤੇ ਪਾਰਟੀ ਵੱਡੀ ਚਾਹੇ ਕਿਧਰੇ ਰਹੇ, ਉਹਦੇ ਚੁਣੇ ਹੋਏ ਨੁਮਾਇੰਦੇ ਵਾਧੂ ਜਿਹੜੇ ਦੂਜੇ ਪਾਸੇ ਚਲੇ ਜਾਣ। ਅਤੇ ਇੱਕ ਇਹ ਵੀ ਗੱਲ ਹੈ ਕਿ ਇਹ ਅਯਾਲੀ ਅਸਰ ਰਸੂਖ ਵੀ ਰੱਖਦਾ ਅਤੇ ਉਹ 13 ਮੈਂਬਰੀ ਕਮੇਟੀ ਦਾ ਮੈਂਬਰ ਵੀ ਹੈ। ਜਿਹੜੀ 13 ਮੈਂਬਰੀ ਕਮੇਟੀ ਨੇ 100 ਹਲਕਿਆਂ ਦੇ ਵਿੱਚ ਜਾ ਕੇ ਵਰਕਰਾਂ ਤੋਂ ਪੁੱਛਿਆ ਕਿ ਪਾਰਟੀ ਦਾ ਕਿਵੇਂ ਓਵਰਆਲਿੰਗ ਕਰਨੀ ਚਾਹੀਦੀ ਹੈ, ਪਾਰਟੀ ਦੇ ਵਿੱਚ ਕਿਹੜੀਆਂ ਤਬਦੀਲੀਆਂ ਹੋਣੀਆਂ ਚਾਹੀਦੀਆਂ ਨੇ, ਉਹਦੀ ਅਪਰੋਚ ਦੇ ਵਿੱਚ ਕਿਹੜੀਆਂ ਤਬਦੀਲੀਆਂ ਹੋਣੀਆਂ ਚਾਹੀਦੀਆਂ ਨੇ। ਉਹ 13 ਮੈਂਬਰੀ ਕਮੇਟੀ ਦੀ ਜਿਹੜੀ ਰਿਪੋਰਟ ਸੀ, ਪਹਿਲਾਂ ਤਾਂ ਇਹਨਾਂ ਨੇ ਉਦੋਂ ਇਸ ਕਹਿ ਕੇ ਟਾਲੀ ਕਿ ਅਜੇ ਸੰਗਰੂਰ ਦੀ ਜ਼ਿਮਨੀ ਚੋਣ ਆ ਗਈ ਲੋਕ ਸਭਾ ਦੀ ਜੀ, ਅਤੇ ਉਹ ਜ਼ਿਮਨੀ ਚੋਣ ਆ ਗਈ। ਫਿਰ ਕਹਿੰਦੇ ਚਲੋ ਰਾਸ਼ਟਰਪਤੀ ਦੀ ਚੋਣ ਆ ਗਈ। ਹੁਣ ਰਾਸ਼ਟਰਪਤੀ ਦੀ ਚੋਣ ਤੋਂ ਬਾਅਦ ਤਾਂ ਕੋਈ ਚੀਜ਼ ਵੀ ਨਹੀਂ ਬਚਦੀ ਐਸੀ, ਖਾਸ ਤੌਰ 'ਤੇ ਜਦੋਂ ਮਤਲਬ ਐਡੀ ਵੱਡੀ ਬਗਾਵਤ ਹੈ। ਬਗਾਵਤ ਇਕੱਲੀ ਇਹ ਨਹੀਂ ਹੈ, ਇੱਦੋਂ ਪਹਿਲਾਂ ਵੀ ਅਕਾਲੀ ਦਲ 'ਚ ਹੋਈ। ਬ੍ਰਹਮਪੁਰਾ ਨੇ ਆਪਣਾ ਅਕਾਲੀ ਦਲ ਬਣਾਇਆ ਕਿ ਮੈਂ ਸੁਖਬੀਰ ਨਾਲ ਨਹੀਂ ਚੱਲ ਸਕਦਾ, ਢੀਂਡਸਾ ਨੇ ਆਪਣਾ ਅਕਾਲੀ ਦਲ ਬਣਾਇਆ ਕਿ ਮੈਂ ਸੁਖਬੀਰ ਨਾਲ ਨਹੀਂ ਚੱਲ ਸਕਦਾ, ਪਰ ਉਹ ਬਜ਼ੁਰਗ ਲੀਡਰਸ਼ਿਪਾਂ ਦੀ ਕੈਟਾਗਰੀ ਦੇ ਵਿੱਚ ਸੀ, ਉਹਨਾਂ ਦਾ ਕੋਈ ਬਹੁਤ ਜ਼ਿਆਦਾ ਫਰਕ ਉਸ ਰੂਪ ਦੇ ਵਿੱਚ ਨਹੀਂ ਪਿਆ। ਔਰ ਇਸੇ ਤਰ੍ਹਾਂ ਹੁਣ ਜਗਮੀਤ ਬਰਾੜ ਜਿਹੜਾ ਪਿੱਛੇ ਬੋਲ ਕੇ ਅਤੇ ਆਪਣੇ ਹਲਕੇ 'ਚੋਂ ਹੀ ਉਹਨੇ ਬਗਾਵਤ ਕੀਤੀ ਕਿ ਹੁਣ ਲੀਡਰਸ਼ਿਪ ਬਦਲਣੀ ਪਏਗੀ। ਔਰ ਜਿਹੜੀ ਇਹਨਾਂ ਦੀ 13 ਮੈਂਬਰੀ ਕਮੇਟੀ ਦੀ ਰਿਪੋਰਟ ਆ, ਉਹ ਵੀ ਰਿਪੋਰਟ ਇਹ ਹੈ ਕਿ ਸਾਰੇ ਵਰਕਰ ਚਾਹੁੰਦੇ ਨੇ ਕਿ ਲੀਡਰਸ਼ਿਪ ਬਦਲੇ ਜੀ, ਤਬਦੀਲੀ ਹੋਵੇ। ਅਤੇ ਉਹ ਤਬਦੀਲੀ ਜਿਹੜੀ ਹੈ ਆਟੋਮੈਟਿਕਲੀ ਜਿਹੜੀ ਇਕੱਲੀ ਪ੍ਰਧਾਨਗੀ ਦੀ ਨਹੀਂ, ਹੋਰ ਵੀ ਜਿਹੜੇ ਸੀਨੀਅਰ ਲੀਡਰ ਨੇ ਕਈ ਜਿਹੜੇ ਉੱਚ ਅਹੁਦਿਆਂ 'ਤੇ ਬੈਠੇ ਨੇ, ਉਹ ਸਮੁੱਚਤਾ ਦੇ ਵਿੱਚ ਇੱਕ ਨਵੀਂ ਟੀਮ ਦੀ ਗੱਲ ਹੋ ਰਹੀ ਹੈ। ਇਹ ਗੱਲ ਅੱਜ ਅਯਾਲੀ ਨੇ ਵੀ ਉਠਾਈ ਹੈ ਕਿ 13 ਮੈਂਬਰੀ ਕਮੇਟੀ ਦੀ ਭਾਵਨਾ ਵਰਕਰਾਂ ਦੀ ਉਹਦੇ ਰਿਪੋਰਟ ਦੇ ਵਿੱਚ ਦਰਜ ਹੈ। ਅਕਾਲੀ ਦਲ ਦੀ ਲੀਡਰਸ਼ਿਪ 'ਚ ਤਬਦੀਲੀ ਤੋਂ ਬਿਨਾਂ ਹੁਣ ਪੰਥ ਅਤੇ ਪੰਜਾਬ ਅਕਾਲੀ ਦਲ 'ਤੇ ਭਰੋਸਾ ਨਹੀਂ ਕਰ ਸਕਦਾ, ਔਰ ਪੰਜਾਬ ਅਤੇ ਪੰਥ ਦਾ ਭਰੋਸਾ ਜਿੱਤਣਾ ਅਕਾਲੀ ਦਲ ਲਈ ਬਹੁਤ ਜ਼ਰੂਰੀ ਹੈ, ਔਰ ਪੰਜਾਬ ਦੇ ਲਈ ਵੀ ਜ਼ਰੂਰੀ ਹੈ। ਇਹ ਜਿਹੜੀ ਇੱਕ ਲਾਈਨ ਲਈ ਹੈ ਅਯਾਲੀ ਨੇ, ਇਹ ਲਾਈਨ 'ਤੇ ਲੱਗਦਾ ਕਿ ਉਹ ਵਰਕਰਾਂ ਦਾ ਬਹੁਤ ਵੱਡਾ ਸੈਂਟੀਮੈਂਟ ਜਾਂ ਉਹਦਾ ਜਿਹੜਾ ਜਜ਼ਬਾਤ ਹੈ ਉਹਦੀ ਤਰਜਮਾਨੀ ਕਰ ਰਿਹਾ। ਅਤੇ ਇਹ ਕੰਟੀਨਿਊ ਹੁਣ ਦੇਖਣਾ ਹੋਏਗਾ ਕਿ ਕੀ ਅਕਾਲੀ ਦਲ ਦੀ ਲੀਡਰਸ਼ਿਪ, ਸਥਾਪਿਤ ਲੀਡਰਸ਼ਿਪ, ਜਿਹੜੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ, ਉਹਨੂੰ ਕੱਢ ਕੇ ਜਾਂ ਕ੍ਰਸ਼ ਕਰਕੇ ਬਾਕੀਆਂ ਨੂੰ ਡਰਾ ਕੇ ਆਪਣੇ ਨਾਲ ਰੱਖਣ ਦੀ ਗੱਲ ਕਰਦੇ ਨੇ, ਜਾਂ ਸਭ ਨੂੰ ਮਤਲਬ ਓਪਨ ਥੋੜ੍ਹਾ ਜਿਹਾ ਖੁੱਲ੍ਹੇ ਮਾਹੌਲ 'ਚ ਚਰਚਾ ਕਰਕੇ ਆਪਣੇ ਆਪ ਨੂੰ ਮਤਲਬ ਮੁੜ ਵਿਚਾਰ ਕੇ ਅਤੇ ਜਿਹੜੀਆਂ ਗਲਤੀਆਂ ਹੋਈਆਂ ਨੇ ਇਤਿਹਾਸਕ ਤੌਰ 'ਤੇ ਪੁਰਾਣੀਆਂ ਜਿਹੜੀਆਂ ਅਯਾਲੀ ਨੇ ਨੋਟ ਕੀਤੀਆਂ ਨੇ, ਆਪਣੇ ਉਹਦੇ 'ਚ ਨੋਟ ਕਰਾਈਆਂ ਨੇ, ਉਹਦੇ 'ਤੇ ਕੁਝ ਪਰਿਵਰਤਨ ਕਰਨਗੇ, ਲੀਡਰਸ਼ਿਪ 'ਚ ਤਬਦੀਲੀ ਕਰਨਗੇ, ਮੁੱਦੇ ਦੇ ਵਿੱਚ ਕੰਕਰੀਟ ਰੱਖ ਕੇ ਉਹਦੇ 'ਤੇ ਕੋਈ ਲੜਾਈ ਲੜਨਗੇ। ਇਹ ਸਾਰੇ ਸਵਾਲ ਹਜੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਹਮਣੇ ਆਉਣਗੇ। ਪਰ ਇਸ ਸਟੇਜ ਦੇ, ਕਿਉਂਕਿ ਉਹ 13 ਮੈਂਬਰੀ ਕਮੇਟੀ 'ਚ ਜਿਹੜੇ ਸੀ ਉਹ ਸਾਰੇ ਬਜ਼ੁਰਗ ਆਗੂਆਂ ਦੀ ਬਜਾਏ ਇੱਕ ਸੈਕੰਡ ਕਤਾਰ ਦੇ ਮੇਨ ਲੀਡਰ ਸੀ। ਇਕਬਾਲ ਸਿੰਘ ਝੁੰਦਾ ਉਹਦੇ 'ਚ ਮੇਨ ਸੀ, ਇੱਥੇ ਅਯਾਲੀ ਸੀ, ਉੱਧਰ ਰਵੀਕਰਨ ਕਾਹਲੋਂ ਸੀ, ਨਰਮਲ ਸਿੰਘ ਕਾਹਲੋਂ ਦਾ ਬੇਟਾ, ਕਾਹਲੋਂ ਸਾਹਿਬ ਸਪੀਕਰ ਰਹੇ ਨੇ, ਮੰਤਰੀ, ਅਤੇ ਉਹਨਾਂ ਦਾ ਕੱਲ੍ਹ ਸੰਸਕਾਰ ਵੀ ਕੀਤਾ। ਮਤਲਬ ਹੁਣ ਜਿਹੜਾ ਉਹ ਵੀ ਇਸ ਕਮੇਟੀ 'ਚ ਸ਼ਾਮਲ ਸੀ। ਰਾਜੂ ਖੰਨਾ ਜਿਹੜਾ ਪਹਿਲਾਂ ਯੂਥ ਦਾ ਸੀ, ਉਦੋਂ ਪਹਿਲਾਂ ਸਟੂਡੈਂਟ ਆਰਗੇਨਾਈਜੇਸ਼ਨ ਦਾ SOI ਦਾ ਪ੍ਰਧਾਨ ਸੀ, ਉਹ ਵੀ ਇਹਦਾ ਮੈਂਬਰ ਸੀ। ਕਿੰਨੇ ਲੋਕ ਇਸ ਲੈਵਲ ਦੇ ਸੀ ਜਿਹੜੇ ਜੰਗ ਬੰਦੇ ਸੀ, ਅਤੇ ਉਹਨਾਂ ਦੀ ਇੱਕ ਸਾਂਝੀ ਰਾਏ ਹੈ, ਸਾਂਝੀ ਰਿਪੋਰਟ ਹੈ। ਅਤੇ ਉਹਦੇ 'ਤੇ ਹੁਣ ਇਹਨਾਂ ਦੇ ਕੋਰ ਕਮੇਟੀ ਦੇ ਕਈ ਮੈਂਬਰ ਵੀ ਕਹਿੰਦੇ ਨੇ ਕਿ ਹੁਣ ਚਾਂਸ ਨਹੀਂ, ਉਹਦੇ 'ਤੇ ਸਾਨੂੰ ਗੱਲ ਕਰਨੀ ਓ ਪਏਗੀ ਰਿਪੋਰਟ 'ਤੇ ਜੀ। ਹਮੀਰ ਜੀ, ਸੰਗਰੂਰ ਜ਼ਿਮਨੀ ਚੋਣ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਜਿੱਤ ਤੋਂ ਬਾਅਦ ਕਈ ਤਰ੍ਹਾਂ ਦੀ
ਜਿਹੜੇ ਹੈਗੇ ਟਿੱਪਣੀਆਂ ਦਿੱਤੀਆਂ, ਜਿਸ ਨੂੰ ਲੈ ਕੇ ਕਈ ਵਾਰ ਮੁੜ ਉਹ ਵਿਵਾਦਾਂ 'ਚ ਵੀ ਘਿਰੇ ਦਿਖਾਈ ਦਿੱਤੇ ਨੇ। ਪਰ ਅੱਜ ਉਹਨਾਂ ਨੇ ਉਹਨਾਂ ਗੱਲਾਂ ਤੋਂ ਉੱਪਰ ਹਟ ਕੇ ਜਿਹੜਾ ਹੈਗਾ ਬਤੌਰ ਜਿਹੜਾ ਲੋਕ ਸਭਾ ਮੈਂਬਰ ਸਹੁੰ ਚੁੱਕ ਲਈ ਹੈ। ਇਸ ਨੂੰ ਕਿਵੇਂ ਦੇਖੋਗੇ? ਇੱਕ ਪਿਛਲੇ ਹਫਤੇ 'ਚ ਇੱਕ ਬਣਾਇਆ ਗਿਆ ਸੀ ਕਿ ਮਾਨ ਸਾਹਿਬ ਕਿਰਪਾਨ ਦਾ ਮੁੱਦਾ ਨਾ ਉਠਾਉਣ, ਫਲਾਨਾ ਨਾ ਜੇ ਉਹ ਵੀ 3.5 ਫੁੱਟੀ ਕੁਰਬਾਨ ਜਾਣੀ, ਉਹਨਾਂ ਨੇ ਵੀ ਕਿਤੇ ਕਿਤੇ ਸੰਕੇਤ ਦਿੱਤਾ। ਪਰ ਜਨਰਲੀ ਲੋਕਾਂ ਨੂੰ ਪਤਾ ਸੀ, ਕਿਉਂਕਿ ਉਦੋਂ ਬਾਅਦ ਇਹ ਪਹਿਲੀ ਵਾਰ 99 'ਚ ਜਦੋਂ ਜਿੱਤੇ ਨੇ ਉਦੋਂ ਦੀ ਗੱਲ ਸੀ। ਉਦੋਂ ਬਾਅਦ 99 'ਚ ਜਿੱਤੇ ਨੇ ਤਾਂ ਪਾਰਲੀਮੈਂਟ ਗਏ ਸੀ, ਅਤੇ ਹੁਣ ਵੀ ਅੱਜ ਉਹਨਾਂ ਨੇ ਸਹੁੰ ਜਿਹੜੀ ਚੁੱਕਣੀ ਹੈ। ਅਤੇ ਸਹੁੰ ਤੋਂ ਪਹਿਲਾਂ ਕੁਝ ਕੰਟਰੋਵਰਸੀਆਂ ਕ੍ਰੀਏਟ ਜ਼ਰੂਰ ਕੀਤੀਆਂ ਨੇ। ਇੱਕ ਤਾਂ ਭਗਤ ਸਿੰਘ ਬਾਰੇ ਬਿਆਨ ਦੇ ਕੇ, ਦੂਜਾ ਹਰਿਆਣੇ ਦੇ ਚੀਫ ਮਿਨਿਸਟਰ ਬਾਰੇ ਬਿਆਨ ਦੇ ਕੇ, ਤੀਜਾ ਆਪਣੇ ਨਾਨੇ ਅਰੂੜ ਸਿੰਘ ਬਾਰੇ ਬਿਆਨ ਦੇ ਕੇ, ਜਿਹੜਾ ਵੀ ਅਕਾਲ ਤਖਤ ਦਾ ਸਰਬਰਾਹ ਸੀ। ਅਤੇ ਉਹਦੇ 'ਚ ਫਿਰ ਜਿਹੜੀਆਂ ਬਹਿਸ, ਇੱਕ ਨੈਗੇਟਿਵ ਟਾਈਪ ਦੀ ਬਹਿਸ ਜਿਹੜੀ ਚੱਲੀ ਹੈ, ਜਿਹਦੇ ਨਾਲ ਮਾਨ ਦਾ ਕੱਦ ਹੀ ਮੈਨੂੰ ਲੱਗਦਾ ਨੀਚੇ ਹੋ ਰਿਹਾ, ਅਤੇ ਉਹ ਕਿਸੇ ਦਾ ਕੱਦ ਵਧਾ ਨਹੀਂ ਰਹੇ, ਨਾ ਉਹਨਾਂ ਦੀ ਪੋਲੀਟਿਕਸ ਕੋਈ ਅੱਗੇ ਵੱਧ ਰਹੀ ਹੈ। ਔਰ ਲੋਕ ਇਹ ਵੀ ਕਹਿੰਦੇ ਨੇ, ਜਿਹੜਾ ਉਹ ਕਹਿ ਰਿਹਾ ਵੀ ਜਿਹੜੀ ਅੱਜ ਦੀ ਵਿਆਖਿਆ ਜੀ, ਤੋਂ ਪਹਿਲਾਂ ਮਾਨ ਇਸ ਗੱਲ ਦੀ ਮਾਫੀ ਮੰਗ ਚੁੱਕੇ ਨੇ। ਉਹਨਾਂ ਦੇ ਇੱਕ ਕਿਤਾਬ ਹੈ ਲਿਖਿਆ ਹੋਇਆ ਗਦਾਰਾਂ ਦੇ ਵਿੱਚ, ਉਹਦੇ ਨਾਨੇ ਦਾ ਨਾਂ ਆਪ ਸ਼ਾਮਲ ਕੀਤਾ ਉਹਨਾਂ ਨੇ। ਅਤੇ ਅੱਜ ਉਹ ਬਚਾ ਕੇ ਇਸ ਲਈ ਕਰ ਰਹੇ ਨੇ ਕਿ ਜੀ ਉਹ ਤਾਂ ਗਏ ਸੀ ਕਿਉਂਕਿ ਅੰਮ੍ਰਿਤਸਰ ਤਬਾਹ ਹੋ ਜਾਣਾ ਸੀ, ਉਹਨੂੰ ਸ਼ਾਂਤ ਕਰਨ ਦੇ ਲਈ ਗਏ ਸੀ ਅੰਗਰੇਜ਼ਾਂ ਨੂੰ। ਇਹ ਸਿੱਖ ਫਿਲਾਸਫੀ ਦੇ ਵੀ ਖਿਲਾਫ ਹੈ। ਸਿੱਖ ਫਿਲਾਸਫੀ ਤਾਂ ਸ਼ਾਂਤ ਕਰਨੀ ਹੈ, ਤਾਂ ਫਿਰ ਸਾਰੇ ਗੁਰੂ ਸੈਕਰੀਫਾਈਸ ਕਰਨ ਦੀ ਬਜਾਏ, ਕੁਰਬਾਨੀ ਦੇਣ ਦੀ ਬਜਾਏ ਉਹਨੂੰ ਉੱਥੇ ਚਲੇ ਜਾਂਦੇ ਔਰੰਗਜ਼ੇਬ ਨੂੰ ਸ਼ਾਂਤ ਕਰਨ ਦੇ ਵਾਸਤੇ ਵੀ ਜੀ ਅਸੀਂ ਤੁਹਾਡੇ 'ਚ ਹੱਥ ਜੋੜਦੇ ਜਾਂ ਬਾਕੀ ਕਿਤੇ। ਇਹ ਨਹੀਂ ਨਾ ਗੱਲ। ਉਹ ਸਿੱਖੀ ਜਿਹੜੀ ਹੈ ਉਹ ਕੋਈ ਜ਼ੁਲਮ ਦੇ ਖਿਲਾਫ ਖੜਨ ਦਾ ਨਾਮ ਹੈ। ਉਹ ਸਾਰੀਆਂ ਗੱਲਾਂ 'ਤੇ ਮਤਲਬ ਕੁਰਬਾਨੀ ਅਤੇ ਜਜ਼ਬੇ ਦੇ ਨਾਲ ਲੈਸ ਇੱਕ ਚੀਜ਼ ਹੈ। ਉਹਦਾ ਬੇਸਿਕ ਫੰਡਾ ਹੀ ਇਹ ਹੈ। ਉਹ ਸਟਾਰਟ ਇੱਥੋਂ ਹੈ, ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਉਹ ਜਿਤ ਮਾਰ ਪੈਰ ਧਰੀ ਜੈ, ਸਿਰ ਦੀ ਜੈ ਕਾਜ ਨਾ ਕੀ ਜੈ, ਉਹ ਉਸ 'ਤੇ ਚੱਲਦੀ ਹੈ। ਕੋਈ ਇਸ ਤਰੀਕੇ ਨਾਲ ਨਹੀਂ ਚੱਲਦੀ। ਜਦੋਂ ਨੀਹਾਂ 'ਚ ਬੱਚੇ ਚੁਣੇ ਜਾ ਰਹੇ, ਛੋਟੇ ਸਾਹਿਬਜ਼ਾਦੇ ਅਤੇ ਵੱਡੇ ਚਮਕੌਰ ਦੀ ਜੰਗ ਚੱਲ ਰਹੇ ਸੀ, ਤਾਂ ਜੇ ਗੁਰੂ ਉਹ ਚਾਹੁੰਦਾ ਤਾਂ ਘੱਟੋ ਘੱਟ ਉਹਨਾਂ ਨੂੰ ਤਾਂ ਤੋਹਫੇ ਵੀ ਦੇਣ ਲਈ ਤਿਆਰ ਸੀ ਜੀ। ਬਾਕੀ ਤਾਂ ਗੱਲਾਂ ਛੱਡੋ, ਪਰ ਇੱਕ ਅਸੂਲ ਦੀ ਗੱਲ ਹੁੰਦੀ ਹੈ। ਇਸ ਲਈ ਮਾਨ ਸਾਹਿਬ ਸਿੱਖੀ ਵਾਲੀ ਗੱਲ ਵੀ ਨਹੀਂ ਕਰ ਰਹੇ, ਬਾਕੀ ਤਾਂ ਗੱਲ ਛੱਡੋ। ਚਲੋ ਭਗਤ ਸਿੰਘ ਦੀ ਡਿਬੇਟ ਜਾਂ ਬਾਕੀ ਉਹਦੇ 'ਚ ਹੈ। ਔਰ ਉਹਨਾਂ ਦਾ ਫੋਕਸ ਰਹਿਣਾ ਚਾਹੀਦਾ ਕਿ ਪੰਜਾਬ ਤੋਂ MP ਚੁਣੇ ਨੇ, ਪੰਜਾਬ ਦੇ ਮੁੱਦੇ ਕੀ ਸੀ, ਪੰਜਾਬ ਇਮੀਡੀਏਟ ਕੀ ਚਾਹੁੰਦਾ। ਜਿਹੜੀ ਗੱਲ ਉਹ ਕਦੇ ਕਦੇ ਬਹੁਤ ਖੂਬਸੂਰਤ ਕਰਦੇ ਵੀ ਨੇ ਕਿ ਹਿੰਦੂ ਤੋਂ ਵੀ ਪੋਲੀਟਿਕਸ ਉੱਥੇ ਚੱਲ ਰਹੀ ਹੈ, ਅਸੀਂ ਪਾਕਿਸਤਾਨ ਨਾਲ ਦੋਸਤੀ ਦੀ ਵੀ ਗੱਲ ਕਰਾਂਗੇ, ਅਸੀਂ ਫੈਡਰਲਿਜ਼ਮ ਦੀ ਗੱਲ ਕਰਾਂਗੇ, ਅਸੀਂ ਫਲਾਨਾ ਕਰਾਂਗੇ। ਉਹਨਾਂ ਗੱਲਾਂ 'ਤੇ ਨਾ ਹੋ ਕੇ ਦੂਜੀ ਗੱਲ ਕਰਨਾ, ਇਹਦਾ ਮਤਲਬ ਰੀਅਲ ਮੁੱਦਿਆਂ ਨੂੰ ਜਿਹੜੇ ਲੋਕਾਂ ਦੇ ਨੇ ਉਹਨੂੰ ਵਿਸਾਰਨਾ। ਸ਼ਾਇਦ ਪਿਛਲੇ ਦਿਨਾਂ 'ਚ ਇਹ ਬਣਨ ਲੱਗਿਆ ਸੀ ਕਿ ਮਾਨ ਹੁਣ ਜਿਹੜੇ ਅਕਾਲੀ ਲੀਡਰਸ਼ਿਪ ਤੋਂ ਤੰਗ ਪਰੇਸ਼ਾਨ ਲੋਕ ਨੇ ਜਾਂ ਨਿਰਾਸ਼ ਲੋਕ ਨੇ ਕਿ ਤਾਂ ਤਬਦੀਲੀ ਨਹੀਂ ਕਰਦੇ, ਮਾਨ ਦੇ ਖੇਮੇ ਵੱਲ ਝੁਕਾਅ ਸੀ, ਉਹ ਸ਼ਾਇਦ ਉਦਾਸ ਹੋਏ ਹੋਣਗੇ ਸਾਰੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਜੀ। ਹਮੀਰ ਜੀ, ਅੱਜ ਸੰਸਦ ਦਾ ਸੈਸ਼ਨ ਸ਼ੁਰੂ ਹੋਇਆ, ਪਹਿਲਾ ਦਿਨ ਸੀ। ਸਾਡੇ ਪੰਜਾਬ ਦੇ ਲੋਕਾਂ ਨੂੰ ਆਸ ਸੀ ਵੀ ਕਿ ਪਹਿਲੇ ਦਿਨ ਕੋਈ ਨਾ ਕੋਈ ਪੰਜਾਬ ਬਾਰੇ ਗੱਲ ਕੀਤੀ ਜਾਏਗੀ, ਪੰਜਾਬ ਦੇ ਮੁੱਦੇ ਚੁੱਕੇ ਜਾਣਗੇ। ਪਰ ਗੱਲ ਕਰੀਏ ਤਾਂ ਪੰਜਾਬ ਤੋਂ ਜਿੰਨੇ ਵੀ ਰਾਜ ਸਭਾ ਮੈਂਬਰ ਨੇ ਉਹ ਆਮ ਆਦਮੀ ਪਾਰਟੀ ਤੋਂ ਨੇ, ਅਤੇ ਉਹ ਪੰਜਾਬ ਦੀ ਗੱਲ ਕਰਨ ਦੀ ਥਾਂ 'ਤੇ ਜਿਹੜਾ ਹੈ ਅਰਵਿੰਦ ਕੇਜਰੀਵਾਲ ਦੀ ਗੱਲ ਕਰਦੇ ਦਿਖਾਈ ਦਿੱਤੇ, ਦਿੱਲੀ ਮਾਡਲ ਦੀ ਗੱਲ ਕਰਦੇ ਦਿਖਾਈ ਦਿੱਤੇ। ਉਹ ਪੂਰਾ ਮਾਮਲਾ ਕੀ ਹੈ, ਉਸ ਨੂੰ ਕਿਵੇਂ ਦੇਖੋ? ਆਮ ਆਦਮੀ ਪਾਰਟੀ ਦੇ ਰਾਜ ਸਭਾ 'ਚ ਹੁਣ 7 ਮੈਂਬਰ ਨੇ, 10 ਮੈਂਬਰ ਨੇ, 7 ਪੰਜਾਬ ਤੋਂ ਨੇ ਜਿਨ੍ਹਾਂ ਨੇ ਸਹੁੰ ਚੁੱਕੀ ਹੈ ਅਤੇ 3 ਦਿੱਲੀ ਦੇ ਵਿੱਚੋਂ ਨੇ। ਅੱਜ 4 ਬੰਦਿਆਂ ਨੇ ਉਹਨਾਂ ਨੇ ਅੱਜ ਰਾਜ ਸਭਾ ਦਾ ਕੰਮ ਨਹੀਂ ਚੱਲਣ ਦਿੱਤਾ ਇੱਕ ਗੱਲ 'ਤੇ, ਕਿਉਂਕਿ ਅਰਵਿੰਦ ਕੇਜਰੀਵਾਲ ਸਿੰਗਾਪੁਰ 'ਚ ਜਾ ਕੇ ਉਹ ਕਹਿੰਦੇ ਵੀ ਸਿੰਗਾਪੁਰ ਦੇ ਵਿੱਚ ਅਸੀਂ ਦਿੱਲੀ ਦਾ ਮਾਡਲ ਦਿਖਾਉਣਾ, ਗਵਰਨੈਂਸ ਦਾ ਅਸੀਂ ਦਿਖਾਉਣਾ ਕਿ ਦੇਖੋ ਸਾਡਾ ਕਿੰਨਾ ਵਧੀਆ ਮਾਡਲ ਹੈ। ਉਹ ਕਹਿੰਦੇ ਲੈਫਟੀਨੈਂਟ ਗਵਰਨਰ ਜਿਹੜਾ ਉਹ ਫਾਈਲ ਨੂੰ ਮਤਲਬ ਮਨਜ਼ੂਰੀ ਨਹੀਂ ਦੇ ਰਿਹਾ। ਉਸ ਮੁੱਦੇ ਨੂੰ ਉਠਾਉਣ ਦੇ ਹੋਏ ਇਹਨਾਂ ਨੇ ਅੱਜ ਰਾਜ ਸਭਾ 'ਚ ਹੰਗਾਮਾ ਕੀਤਾ ਅਤੇ ਰਾਜ ਸਭਾ ਦੀ ਸਦਨ ਉਠਾ ਦਿੱਤਾ ਗਿਆ। ਬਾਹਰ ਆ ਕੇ ਪ੍ਰੈਸ ਕਾਨਫਰੰਸ ਕੀਤੀ ਜਿਹੜੀ ਉਹਨਾਂ ਨੇ 4 ਬੰਦਿਆਂ ਨੇ, ਸੰਜੇ ਸਿੰਘ ਵਿੱਚ ਬੈਠਾ, ਇੱਕ ਸਾਈਡ 'ਤੇ ਰਾਘਵ ਚੱਡਾ, ਇੱਕ ਸੰਦੀਪ ਪਾਠਕ ਹੈ, ਅਤੇ ਇੱਕ ਪਾਸੇ ਆਪਣੇ ਬੇਈ ਵਾਲੇ ਬਾਬਾ ਜੀ ਸੰਤ ਸੀਚੇਵਾਲ ਬੈਠ ਜਾਂਦੇ ਨੇ। 4 ਬੰਦੇ ਬੈਠੇ ਹੋਏ ਨੇ 10 'ਚੋਂ। 4 ਬੰਦੇ ਕੇਜਰੀਵਾਲ ਦੇ ਮੁੱਦੇ ਨੂੰ ਡੈਮੋਕ੍ਰੇਸੀ ਦਾ ਘਾਣ ਜਾਂ ਬਾਕੀ ਦਾ ਕਹਿੰਦੇ ਨੇ। ਪਰ ਜਿਹੜੇ ਮੁੱਦੇ 'ਤੇ ਤੁਸੀਂ ਪੰਜਾਬ ਤੋਂ ਭੇਜੇ, ਲੋਕਾਂ ਨੇ ਤੁਹਾਡੇ 'ਤੇ ਪਹਿਲਾਂ ਹੀ ਸਵਾਲ ਉਠਾਏ ਸੀ, ਤੁਸੀਂ ਪੰਜਾਬ ਦੀ ਗੱਲ ਨਹੀਂ ਕਰਨੀ ਉੱਥੇ ਜਾ ਕੇ। ਅਤੇ ਪੰਜਾਬ ਦੇ ਜਿਹੜੇ ਮੁੱਦੇ ਤੁਸੀਂ ਇੱਥੋਂ ਲੈ ਕੇ ਗਏ ਹੋ ਤੁਰੰਤ, ਉਹ ਚੰਡੀਗੜ੍ਹ ਰਾਜਧਾਨੀ ਦੇ ਤੌਰ 'ਤੇ ਲੈ ਕੇ ਗਏ ਹੋ, ਉਹ BSF ਦਾ ਮੁੱਦਾ ਲੈ ਕੇ ਗਏ ਹੋ, ਪੰਜਾਬ ਦੀ ਯੂਨੀਵਰਸਿਟੀ ਦਾ ਮੁੱਦਾ ਲੈ ਕੇ ਗਏ ਹੋ, ਔਰ ਉਹ ਡੈਮ ਦਾ ਮੁੱਦਾ ਲੈ ਕੇ ਗਏ ਹੋ, ਪਾਣੀਆਂ ਦੀ ਵੰਡ ਦਾ ਮੁੱਦਾ ਲੈ ਕੇ ਗਏ ਹੋ, ਜਾਂ ਤਾਜ਼ਾ ਜਿਹੜਾ ਹੁਣ ਕੁਲਦੀਪ ਧਾਲੀਵਾਲ ਨੇ ਉੱਥੇ ਇੱਕ ਮੈਮੋਰੰਡਮ ਦਿੱਤਾ ਪੰਜਾਬ ਦੀ ਸਰਕਾਰ ਵੱਲੋਂ, ਜਿਹੜਾ ਕਿ ਕਿਸਾਨੀ ਕਰਜ਼ਿਆਂ ਦਾ ਜਿਹੜਾ ਕੁਐਸਚਨ ਹੈ ਉਹਦੇ ਲਈ ਇੱਕ ਪੈਕੇਜ ਦਿੱਤਾ ਜਾਏ, ਜਾਂ ਪਹਾੜੀ ਰਾਜਾਂ ਦੀ ਤਰਜ਼ 'ਤੇ ਵੀ ਸਾਡੇ ਜਿਹੜੇ ਬਾਰਡਰ ਦੇ ਡਿਸਟ੍ਰਿਕਟ ਨੇ ਉਹਨਾਂ ਨੂੰ ਘੱਟੋ ਘੱਟ ਟਰੀਟ ਕੀਤਾ ਜਾਏ। ਜਿਹੜੇ ਤੁਰੰਤ ਦੇ ਪੰਜਾਬ ਦੇ ਵਿੱਚ ਮੁੱਦੇ ਨੇ, ਉਹਨਾਂ ਮੁੱਦਿਆਂ ਨੂੰ ਉਠਾਉਣ ਦੀ ਬਜਾਏ ਜਦੋਂ ਤੁਸੀਂ ਕਿਸੇ ਦੂਜੀ ਗੱਲ 'ਤੇ, ਹਾਂ ਇਹ ਨਹੀਂ ਹੈ ਕਿ ਉਹਨਾਂ ਨਾ ਉਠਾਉਣ,
ਉਹ ਆਪਣੇ ਮੁੱਦੇ ਉਠਾਉਣ। ਪਾਰਟੀ ਦੇ ਵੀ ਕਈ ਮੁੱਦੇ ਉੱਠਦੇ ਨੇ, ਕਨਵੀਨਰ ਦੇ ਵੀ ਉੱਠਦੇ ਨੇ, ਪਰ ਉਹਦਾ ਤਰੀਕਾ ਹੈ। ਉਹਦਾ ਤਰੀਕਾ ਇਹ ਹੈ ਕਿ ਲੈਫਟੀਨੈਂਟ ਗਵਰਨਰ ਨਹੀਂ ਦਿੰਦਾ ਮਨਜ਼ੂਰੀ, ਤੇ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਲੈਫਟੀਨੈਂਟ ਗਵਰਨਰ ਦੇ ਖਿਲਾਫ ਮਤਾ ਪਾ ਦੇਣ। ਜੇ ਵਿਧਾਨ ਸਭਾ ਦਾ ਨਹੀਂ ਸੱਦਣਾ, ਤੁਹਾਡੇ ਕੋਲ 60 ਤੋਂ ਜ਼ਿਆਦਾ ਦਿੱਲੀ 'ਚ MLA ਨੇ, ਉਹ MLA ਧਰਨਾ ਦੇ ਦੇਣ ਲੈਫਟੀਨੈਂਟ ਗਵਰਨਰ ਦੇ ਜਾ ਕੇ। ਜਾਂ ਤੁਹਾਡੀ ਐਡੀ ਵੱਡੀ ਪਾਰਟੀ ਹੈ, ਉਹ ਜਨਤਕ ਰੋਸ ਮੁਜ਼ਾਹਰੇ ਕਰਦੇ ਦਿੱਲੀ ਦੇ ਵਿੱਚ ਕਿ ਤੁਸੀਂ ਕਿਉਂ ਨਹੀਂ ਦੇ ਰਹੇ। ਇਹ ਵੀ ਤਾਂ ਡੈਮੋਕ੍ਰੈਟਿਕ ਵੈਲਿਊ ਸਿਸਟਮ ਦੇ ਇੱਕ ਕੁਛ ਬਣ ਗਈਆਂ ਨੇ ਜਿਹਦੇ ਰਾਹੀਂ ਤੁਸੀਂ ਕਰ ਸਕਦੇ ਹੋ। ਅਤੇ ਪੰਜਾਬ 'ਚੋਂ ਜਾ ਰਹੇ 7 ਰਾਜ ਸਭਾ ਦੇ ਮੈਂਬਰ ਕਿਸ ਗੱਲ 'ਤੇ ਲਾ ਦੋਗੇ ਤੁਸੀਂ, ਜਿਹੜੇ ਆਪਦੇ ਹਿੱਤ ਦੀ ਗੱਲ ਉਠਾਉਣੀ ਹੈ। ਇਹ ਗੱਲ ਹਜਮ ਨਹੀਂ ਹੋਣੀ ਲੋਕਾਂ ਦੇ। ਹੌਲੀ ਹੌਲੀ ਇਹੀ ਗੱਲ ਆਮ ਆਦਮੀ ਪਾਰਟੀ ਦੇ ਖਿਲਾਫ ਜਾ ਰਹੀ ਹੈ ਕਿ ਉਹ ਕੰਟਰੋਲ ਕਿਤੋਂ ਹੋ ਰਹੀ ਹੈ। ਉਹ ਰੀਅਲ ਇਸ਼ੂ ਜਿਹੜੇ ਸਟੇਟਾਂ ਦੇ ਨੇ ਉਹ ਨਹੀਂ ਉਠਾ ਸਕੇਗੀ, ਜਿਹਦੇ ਕਰਕੇ ਪੰਜਾਬ ਦੇ ਵਿੱਚ ਖਾਸ ਤੌਰ 'ਤੇ ਲੋਕਾਂ ਦੀ ਜਿਹੜੀ ਤਮੰਨਾ ਹੈ ਕਿ ਸਾਡੇ ਮੁੱਦੇ ਕੌਣ ਉਠਾਏਗਾ ਪੰਜਾਬ 'ਚ ਪਾਰਲੀਮੈਂਟ ਦੇ ਵਿੱਚ, ਉਹ ਖਲਾ ਅਜੇ ਉਹਨਾਂ ਨੂੰ ਬਰਕਰਾਰ ਨਜ਼ਰ ਆ ਰਹੇ ਜੀ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।